Hey guys, I warmly welcome all of you to part 3 of conditional sentences, and in this video we are going to discuss first conditional. Guys, what are conditional sentences, what are the main types and function, and zero conditional sentences ਆਪਾਂ previous videos ਦੇ ਵਿੱਚ discuss ਕਰ ਚੁੱਕੇ ਹਾਂ and I hope ਤੁਸੀਂ watch ਕਰ ਲਈਆਂ and if you haven't watched प्लीज़ पहला उन्होंने वॉच करो. आई पुट द लिंक इन द डिस्क्रिप्शन सो दैट यू गाइज कैन वॉच ईजिली. पहला उन्होंने लिंक करो. जो स्टैप ऑन स्टैप वन बाय वन मूव करोगे फिर तो कंडीशनल सेंटेंसेस की थॉरो नॉलेज हो जाएगी. फाइन. नाउ वट आर फर्स्ट कंडीशनल सेंटेंसेस. फर्स्ट कंडीशनल सेंटेंसेस ਉਹ ਵਾਲੇ सेंटेंसेस ने ਜਿਹੜੇ बहुत ज़्यादा यूज होंगे ने, वेरी यूज सेंटेंसेस. ठीक है, जिमें तुम स्पोकन इंग्लिश की गल करो या फिर डे टू डे कॉन्वरसेशन की गल करिए, है ना, या फिर आप आइल्स के स्टूडेंट है एसे राइटिंग्स की गल करिए, लेटर राइटिंग्स की गल करिए, उन्होंने ਜਿਹੜੇ ਸਭ ਤੋਂ ਜ਼ਿਆਦਾ ਯੂਜ਼ ਹੁੰਦੇ ਨੇ that are first conditional sentences. now function use ਕਿੱਥੇ ਹੁੰਦਾ. ਫਸਟ ਕੰਡੀਸ਼ਨਲ ਸੈਂਟੈਂਸਸ ਉੱਥੇ ਅਸੀਂ ਯੂਜ਼ ਕਰਦੇ ਹਾਂ ਜਿੱਥੇ ਹਾਈ ਪੋਸੀਬਿਲਿਟੀ ਹੁੰਦੀ ਹੈ, ਮਤਲਬ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਕਿਸੇ ਚੀਜ਼ ਦੇ, ਚਾਂਸਸ ਨੇ, ਜਾਂ ਆਪਾਂ ਕਿਸੇ ਨੂੰ ਵਾਰਨਿੰਗਸ ਦੇਣੀਆਂ ਨੇ, ਹਨਾ, ਕਿਸੇ ਨੂੰ ਕਿਸੇ ਚੀਜ਼ ਦੇ ਲਈ ਵਾਰਨ ਕਰਨਾ ਹੈ, ਉਦੋਂ ਇਹਨੂੰ ਅਸੀਂ ਯੂਜ਼ ਕਰਦੇ ਹਾਂ. ਗਾਇਸ ਜ਼ੀਰੋ ਕੰਡੀਸ਼ਨਲ ਅਸੀਂ ਯੂਜ਼ ਕੀਤਾ ਸੀ, ਉਹਨੂੰ ਹਲਕਾ ਜਿਹਾ ਅਸੀਂ ਰਿਕਾਲ ਕਰ. ਸੋ ਜ਼ੀਰੋ ਕੰਡੀਸ਼ਨਲ ਸੈਂਟੈਂਸਸ ਆਰ ਯੂਜ਼ਡ ਇਨ ਸਾਇੰਟਿਫਿਕ ਫੈਕਟਸ, ਜਿਹੜੀਆਂ ਚੀਜ਼ਾਂ ਸੱਚ ਹੁੰਦੀਆਂ ਨੇ ਅਬਾਊਟ ਦ ਰੀਅਲ ਵਰਲਡ, ਹੈ ਨਾ, ਉਹਦੇ ਲਈ ਅਸੀਂ ਯੂਜ਼ ਕੀਤੇ ਸੀ. ਹਾਊਐਵਰ ਫਸਟ ਕੰਡੀਸ਼ਨਲ ਸੈਂਟੈਂਸਸ ਨੂੰ ਅਸੀਂ ਯੂਜ਼ ਕਰਾਂਗੇ ਵੈਨ ਦੇਰ ਇਜ਼ ਹਾਈ ਪੋਸੀਬਿਲਿਟੀ ਔਰ ਚਾਂਸਸ ਔਰ ਵੈਨ ਯੂ ਗਿਵ ਵਾਰਨਿੰਗਸ ਟੂ ਅਦਰਸ. ਠੀਕ ਹੈ, ਹੁਣ ਇਹ ਹਾਈ ਪੋਸੀਬਿਲਿਟੀ, ਚਾਂਸਿੰਗ ਜਾਂ ਵਾਰਨਿੰਗ ਅਸੀਂ ਕਿਹਦੇ ਵਿੱਚ ਦੇਵਾਂਗੇ? ਹਮੇਸ਼ਾ ਇਫ ਕਲੌਜ਼ ਦੇ ਵਿੱਚ ਦੇਵਾਂਗੇ. ਐਜ਼ ਵੀ ਹੈਵ ਡਿਸਕਸਡ ਅਰਲੀਅਰ, ਦੋ ਕਲੌਜ਼ ਹੁੰਦੇ ਨੇ ਕੰਡੀਸ਼ਨਲ ਸੈਂਟੈਂਸ ਦੇ ਵਿੱਚ. ਵਨ ਇਜ਼ ਕੰਡੀਸ਼ਨ ਜਿਹੜਾ ਇਫ ਵਾਲਾ ਹੁੰਦਾ, ਸੈਕੰਡ ਇਜ਼ ਰਿਜ਼ਲਟ ਕਲੌਜ਼ ਜਿਹੜਾ ਮੇਨ ਕਲੌਜ਼ ਹੁੰਦਾ. ਫਾਈਨ. ਜਿਹੜਾ ਇਫ ਵਾਲਾ ਕਲੌਜ਼ ਹੋਏਗਾ ਉਹਦੇ ਵਿੱਚ ਹਾਈ ਪੋਸੀਬਿਲਿਟੀ ਹੋਏਗੀ, ਉਹਨੂੰ ਅਸੀਂ ਕਹਾਂਗੇ ਫਸਟ ਕੰਡੀਸ਼ਨਲ ਸੈਂਟੈਂਸਿਸ. ਨਾਓ ਵਟ ਇਜ਼ ਦ ਰੂਲ? ਰੂਲ ਹੋਏਗਾ ਜਿਹੜਾ ਇਫ ਵਾਲਾ ਕਲੌਜ਼ ਹੋਏਗਾ ਉਹਦੇ ਵਿੱਚ ਅਸੀਂ ਹਮੇਸ਼ਾ ਯੂਜ਼ ਕਰਾਂਗੇ ਸਿੰਪਲ ਪ੍ਰੈਜ਼ੈਂਟ, ਐਂਡ ਜਿਹੜਾ ਮੇਨ ਕਲੌਜ਼ ਹੋਏਗਾ, ਰਿਜ਼ਲਟ ਕਲੌਜ਼ ਹੋਏਗਾ, ਉਹਦੇ ਵਿੱਚ ਅਸੀਂ ਯੂਜ਼ ਕਰਾਂਗੇ ਸਿੰਪਲ ਫਿਊਚਰ. ਠੀਕ ਹੈ, ਜ਼ੀਰੋ ਕੰਡੀਸ਼ਨਲ ਦੇ ਵਿੱਚ ਅਸੀਂ ਦੋਨਾਂ ਦੇ ਵਿੱਚ ਹੀ ਇਫ ਕਲੌਜ਼ ਸੀ ਚਾਹੇ ਰਿਜ਼ਲਟ ਕਲੌਜ਼ ਸੀ, ਅਸੀਂ ਸਿੰਪਲ ਪ੍ਰੈਜ਼ੈਂਟ ਯੂਜ਼ ਕੀਤਾ ਸੀ. ਬਟ ਹੇਅਰ ਵੀ ਯੂਜ਼ ਸਿੰਪਲ ਪ੍ਰੈਜ਼ੈਂਟ ਵਿਦ ਇਫ in the condition clause and simple future like will आ जाएगा, है ना, will do, will go, will ਦੇ ਨਾਲ ਕੀ ਆ ਜਾਏਗੀ? verb ਦੀ first form ਆਏਗੀ. ਠੀਕ ਹੈ, ਤਾਂ simple future use ਕਰਾਂਗੇ. ਔਰ you could use it as a vice versa, ਹੈ ਨਾ. ਉਦੋਂ ਤੁਸੀਂ ਕੀ ਕਰੋਗੇ? result clause ਤੁਸੀਂ ਅੱਗੇ ਲੈ ਕੇ ਆਓਗੇ, ਫਿਰ ਤੁਸੀਂ ਕੀ ਕਰੋਗੇ? if clause ਨੂੰ ਤੁਸੀਂ ਪਿੱਛੇ ਲਿਖ ਦੋਗੇ. ਬਟ ਫਿਰ ਜਿਹੜਾ ਆ ਵਾਲਾ ਕੌਮਾ ਹੁੰਦਾ ਇਹ ਨਹੀਂ ਆਏਗਾ. ਜਦੋਂ if clause ਅੱਗੇ ਆਏਗਾ ਤਾਂ ਕੌਮਾ ਤੁਸੀਂ ਵਿੱਚ ਪਾਓਗੇ, ਜਦੋਂ result clause ਅੱਗੇ ਆਏਗਾ ਤਾਂ ਕੌਮਾ ਨਹੀਂ ਆਏਗਾ. ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ. ਫਾਈਨ. ਲਾਈਕ ਇਫ ਪਲੱਸ ਸਿੰਪਲ ਪ੍ਰੈਜ਼ੈਂਟ ਕੰਡੀਸ਼ਨ ਦੇ ਵਿੱਚ ਯੂਜ਼ ਹੋਏਗਾ ਐਂਡ ਰਿਜ਼ਲਟ ਦੇ ਵਿੱਚ ਜਾਂ ਮੇਨ ਕਲੌਜ਼ ਦੇ ਵਿੱਚ ਸਿੰਪਲ ਫਿਊਚਰ ਯੂਜ਼ ਹੋਏਗਾ. ਓਕੇ, ਲੈਟਸ ਹੈਵ ਅ ਲੁੱਕ ਔਨ ਵਨ ਸੈਂਟੈਂਸ. ਦੇਖੋ, ਇਫ ਆਈ ਐਮ ਲੇਟ, ਹੈ ਨਾ, ਸਿੰਪਲ ਪ੍ਰੈਜ਼ੈਂਟ. ਇਫ ਆਈ ਐਮ ਲੇਟ आई विल मिस द ट्रेन. एक ही हो गया रिजल्ट. इफ आई एम लेट, एक ही मैं एक शर्त रख दी, है ना, मैं कंडीशन देती, मैं एक सिचुएशन दसी है. इफ आई एम लेट, जे मैं लेट हाँ या जे मैं लेट हो जावांगी फिर की होएगा, है ना. आई विल मिस द ट्रेन, सिंपल फ्यूचर, विल दे ना फर्स्ट फॉर्म, ਸਿੰਪਲ ਫਿਊਚਰ. ਆਈ ਮਿਸ ਦਾ ਟ੍ਰੇਨ, ਤਾਂ ਉਹਦਾ ਰਿਜ਼ਲਟ ਕੀ ਹੋਏਗਾ? ਓਬਵੀਅਸ ਗੱਲ ਹੈ, ਮੈਂ ਟ੍ਰੇਨ ਮਿਸ ਕਰ ਦੂੰਗੀ ਜਾਂ ਮੈਂ ਬੱਸ ਮਿਸ ਕਰ ਦੇਵਾਂਗੀ. ਠੀਕ ਹੈ, ਹੁਣ ਦੇਖੋ ਇਹਨਾਂ ਦੇ ਪਿੱਛੇ ਗਾ ਗਏਗੀ ਤਾਂ ਆਉਂਦਾ ਹੀ ਹੈ, ਚਾਹੇ ਦੋਨਾਂ ਦੇ ਪਿੱਛੇ ਗਾ ਗਏ ਦੀ ਸਾਊਂਡ ਆਏਗੀ. ਬਟ ਇਫ ਕਲੌਜ਼ ਦੇ ਵਿੱਚ ਤੁਸੀਂ ਹਮੇਸ਼ਾ ਸਿੰਪਲ ਪ੍ਰੈਜ਼ੈਂਟ ਯੂਜ਼ ਕਰੋਗੇ ਐਂਡ ਤੁਸੀਂ ਰਿਜ਼ਲਟ ਕਲੌਜ਼ ਦੇ ਵਿੱਚ ਸਿੰਪਲ ਫਿਊਚਰ ਯੂਜ਼ ਕਰੋਗੇ. ਨਾਓ ਹੈਵ ਅ ਲੁੱਕ ਔਨ ਮੋਰ ਸੈਂਟੈਂਸਿਸ ਸੋ ਦੈਟ ਤੁਹਾਨੂੰ ਇਹ ਟੌਪਿਕ ਥੋਰੋਲੀ ਕਲੀਅਰ ਹੋ ਸਕੇ. ਨਾਓ ਨੈਕਸਟ ਸੈਂਟੈਂਸ ਇਜ਼ ਇਫ ਯੂ ਪ੍ਰੈਕਟਿਸ ਯੂ ਵਿਲ ਸਪੀਕ ਇੰਗਲਿਸ਼, ਹੈ ਨਾ. ਇਫ ਯੂ ਪ੍ਰੈਕਟਿਸ, ਇਫ ਵਾਲੇ ਕਲੌਜ਼ ਦੇ ਵਿੱਚ ਅਸੀਂ ਸਿੰਪਲ ਪ੍ਰੈਜ਼ੈਂਟ ਯੂਜ਼ ਕੀਤਾ ਹੈ, ਰਿਜ਼ਲਟ ਕਲੌਜ਼ ਮੇਨ ਕਲੌਜ਼ ਦੇ ਵਿੱਚ ਅਸੀਂ ਯੂਜ਼ ਕੀਤਾ ਹੈ ਸਿੰਪਲ ਫਿਊਚਰ. ਫਾਈਨ. ਇਫ ਯੂ ਪ੍ਰੈਕਟਿਸ ਯੂ ਵਿਲ ਸਪੀਕ ਇੰਗਲਿਸ਼ ਔਰ you will speak English if you practice. guys, मैं ਤੁਹਾਨੂੰ ਪਹਿਲਾਂ ਵੀ ਸਮਝਾਇਆ ਹੈ, ਜਦੋਂ if clause ਅੱਗੇ ਆਏਗਾ ਤਾਂ comma ਆਏਗਾ, ਫਿਰ result clause ਆਏਗਾ. ਬਟ ਅਗਰ ਤੁਸੀਂ result clause ਨੂੰ ਅੱਗੇ ਲਿਖ ਰਹੇ ਹੋ like you will speak English, result ਅਸੀਂ ਅੱਗੇ ਲਿਖਤਾ, ਪਿੱਛੇ ਅਸੀਂ ਕੰਡੀਸ਼ਨ ਰੱਖਤੀ if ਵਾਲਾ clause, ਫਿਰ ਇੱਥੇ comma ਨਹੀਂ ਆਏਗਾ. ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ. now other important thing here to note is, ਹੁਣ ਦੇਖੋ ਇਹਦੀ ਅਗਰ ਆਪਾਂ ਸੈਂਸ ਕੱਢੀਏ, ਇਫ ਯੂ ਪ੍ਰੈਕਟਿਸ, ਅਗਰ ਤੁਸੀਂ ਪ੍ਰੈਕਟਿਸ ਕਰੋਗੇ ਯੂ ਵਿਲ ਸਪੀਕ ਇੰਗਲਿਸ਼, ਹੈ ਨਾ, ਤੁਸੀਂ ਇੰਗਲਿਸ਼ ਬੋਲ ਪਾਓਗੇ ਜਾਂ ਤੁਸੀਂ ਇੰਗਲਿਸ਼ ਬੋਲ ਸਕਦੇ ਹੋ. ਸਕਦੇ ਹੋ ਦੀ ਸੈਂਸ ਵੀ ਆ ਰਹੀ ਹੈ ਪਿੱਛੇ, ਤਾਂ ਵਿਲ ਦੀ ਜਗ੍ਹਾ ਅਸੀਂ ਕੀ ਯੂਜ਼ ਕਰ ਸਕਦੇ ਹਾਂ? ਕੈਨ ਵੀ ਯੂਜ਼ ਕਰ ਸਕਦੇ ਹਾਂ. ਸੋ ਮੋਡਲਸ ਵੀ ਇਹਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਵਿਲ ਦੀ ਜਗ੍ਹਾ. ਸੋ ਯੂ ਕੁਡ ਯੂਜ਼ ਇਫ ਯੂ ਪ੍ਰੈਕਟਿਸ ਯੂ ਕੈਨ ਸਪੀਕ ਇੰਗਲਿਸ਼ ਔਰ ਇਫ ਯੂ ਪ੍ਰੈਕਟਿਸ ਯੂ ਵਿਲ ਸਪੀਕ ਇੰਗਲਿਸ਼.
फाइन। एंड गाइस मैं बार बार कह रही हूँ इनू कन्फ्यूजन नहीं करनी कि चाहे दोनों क्लॉसेस दे विच की आ रही है गा गे दी साउंड आ रही है, बट इफ क्लॉज दे विच कंडीशनल क्लॉज दे विच हमेशा सिंपल प्रेजेंट आएगा, चाहे साउंड गा गे दी आउंदी है। लाइक इफ यू प्रैक्टिस, अगर तुसी प्रैक्टिस करोगे, गे आ गया पीछे है ना, जी मैं प्रैक्टिस करांगी, गी आ गया पीछे, बट सिंपल प्रेजेंट ही यूज करना है। एंड इन द मेन क्लॉज, इन द रिजल्ट क्लॉज यू विल यूज सिंपल फ्यूचर विल दे नाल वर्ब दी फर्स्ट फॉर्म यूज करोगे। फाइन, ओके। नेक्स्ट इज इफ यू डोंट फिनिश योर फूड, जे तुसी अपना फूड अपना खाना फिनिश नहीं करोगे, आई विल नॉट टॉक टू यू, मैं तुहाडे नाल गल नहीं करूंगी, ठीक है। लाइक मदर्स जिवें कहंदियां ने अपने बच्चों नूं, है ना, if you don't finish your food, simple present, I'll not talk to you, not I will, then I'll verb the first form की हो गया simple future हो गया, okay। या फिर I'll not talk to you if you don't finish your food, फिर कॉमा नहीं आएगा। Now other important thing here to note is ਅਸੀਂ ਇੱਥੇ unless ਵੀ use ਕਰ ਸਕਦੇ ਹਾਂ। unless ਦਾ meaning ਕੀ ਹੋਏਗਾ, if plus not, है ना। ਹੁਣ देखो if ਦੇ ਨਾਲ don't ਲਿਖਿਆ ਹੋਇਆ, if ਦੇ ਨਾਲ don't ਜਦੋਂ ਆ ਗਿਆ, if ਦੇ ਨਾਲ not ਜਦੋਂ ਆ ਗਿਆ, ਉਹਦਾ meaning ਹੋਏਗਾ unless। unless you finish your food, meaning same है, ਜਦੋਂ तक ਤੁਸੀਂ अपना खाना finish नहीं करोगे, अगर ਤੁਸੀਂ अपना खाना finish नहीं करोगे, I'll not talk to you, मैं ਤੁਹਾਡੇ ਨਾਲ ਗੱਲ नहीं करूंगी, ठीक है। so unless भी use कर सकते हो if ਤੇ don't ਦੀ जगह। like if you don't practice, अगर ਤੁਸੀਂ practice नहीं करोगे, ਇਹ वाला sentence ਜਿਹੜਾ ਸੀ ਕੀਤਾ ਸੀ, you can't speak English, ਤੁਸੀਂ English नहीं बोल पाओगे, or you will not speak English, है ना, इस तरह से use कर सकते हैं। so if ਤੇ don't ਦੀ ਜਗ੍ਹਾ ਸੀ ਕੀ use ਕਰ ਦਾਂਗੇ unless। unless you practice, अगर ਤੁਸੀਂ practice नहीं करोगे, you can't speak English, तो तुसी English नहीं बोल पाओगे, or you will not speak English, ठीक है। so will ਦੀ जगह जिथे sense बन रही है सकदा सकन ਦੀ, ਤਾਂ ਉੱਥੇ ਤੁਸੀਂ can use ਕਰ ਸਕਦੇ ਹੋ, models use ਕਰ ਸਕਦੇ ਹੋ, fine। and ਤੁਸੀਂ if plus not ਨੂੰ replace ਕਰਨ ਦੇ ਲਈ unless ਵੀ use ਕਰ ਸਕਦੇ ਹੋ, clear। next is warnings ਦੇ ਲਈ, ਹੁਣ starting ਦੇ ਵਿੱਚ ਆਪਾਂ discuss ਕੀਤਾ ਸੀ first conditional ਅਸੀਂ use ਕਰ ਸਕਦੇ ਹਾਂ when there are high possibility ਜਾਂ chances ਜ਼ਿਆਦਾ ਹੁੰਦੇ ਨੇ, ਜਾਂ ਫਿਰ warnings। warning ਮਤਲਬ ਕਿਸੇ ਨੂੰ ਅਸੀਂ warn ਕਰ ਲਿਆ। like if you drop the glass, ਜੇ ਤੁਸੀਂ ਗਲਾਸ ਨੂੰ ਛੱਡ ਦੋਗੇ, ਡ੍ਰੌਪ ਕਰ ਦੋਗੇ, it will break, ਤਾਂ obvious ਗੱਲ ਹੈ ਨਾ, warning ਕਿਸੇ ਨੂੰ ਦੇ ਰਹੇ ਹੋ, ਟੁੱਟ ਜਾਵੇਗਾ, ਹੈ ਨਾ। like if you drop the glass, simple present ਕਿਹਦੇ ਨਾਲ, if ਦੇ ਨਾਲ, it will break, result clause ਦੇ ਵਿੱਚ ਕੀ use ਕਰ ਰਹੇ ਹਾਂ ਅਸੀਂ, simple future plus verb ਦੀ first form, ਇਹਦੇ ਵਿੱਚ ਅਸੀਂ use ਕੀਤਾ simple future। guys ਇਹਦਾ ਤੁਸੀਂ ਬਹੁਤ ਧਿਆਨ ਰੱਖਣਾ ਹੈ, fine, okay। next is if you don't drop the gun, yes police inspector है कोई, है ना, वो किसी thief ਨੂੰ ਕਹਿ ਰਿਹਾ है, if you don't drop the gun, अगर तू gun ਨੂੰ drop नहीं ਕੀਤਾ, नहीं करेगा, I'll shoot, मैं ਤੈਨੂੰ shoot ਕਰ ਦਵਾਂਗਾ, है ना। first simple present if ਦੇ ਨਾਲ, ਇੱਥੇ ਕੀ ਹੈ simple future in the result or main clause। now other important thing here to note is ਇੱਥੇ ਵੀ ਤੁਸੀਂ models ਦਾ use ਕਰ ਸਕਦੇ ਹੋ। like if you drop the glass, ਜੇ ਤੁਸੀਂ glass ਨੂੰ drop ਕਰ ਦਵੋਗੇ, ਛੱਡ ਦਵੋਗੇ, it will break, है ना। will ਦੀ ਜਗ੍ਹਾ ਹੁਣ ਅਸੀਂ ਕੀ use ਕਰ ਸਕਦੇ ਹਾਂ, might, it might break, है ना, chances ਨੇ, possibility ਹੈ, ਤਾਂ models ਦਾ use ਤੁਸੀਂ ਕਰ ਸਕਦੇ ਹੋ guys, ਇਹ ਗਲਤ ਨਹੀਂ ਹੋਏਗਾ, it might break, ਠੀਕ ਹੈ। या फिर the glass will break if you drop it, इस तरह भी बन जाएगा, फिर कॉमा नहीं आएगा, जो रिजल्ट क्लॉज अगे आएगा उदो कॉमा नहीं आएगा। सो गाइस जो मॉडल्स दी अगर सेंस बन रही है, कैन दी बन रही है, शुड दी बन रही है, माइट दी बन रही है, तो तुसी उन्हां नू यूज कर सकते हो, बिल्कुल भी गलत नहीं होएगा। सो दैट्स ऑल फॉर टुडेस वीडियो। आई होप द कांसेप्ट इज क्लियर टू यू गाइस। नाउ आई गेस ਤੁਹਾਨੂੰ ਥੋੜਾ ਨॉलेज हो चुकी है अबाउट द फर्स्ट कंडीशनल सेंटेंसेस। ਇਹਦੇ ਵਿੱਚ ਕਿਹਦਾ ਧਿਆਨ ਰੱਖਣਾ ਹੈ, ਇਹ ਯੂਜ਼ ਹੋਣਗੇ when there is high possibility, if clause ਦੇ ਵਿੱਚ ਜਦੋਂ ਸਿਚੁਏਸ਼ਨ ਕੰਡੀਸ਼ਨ ਦਿੱਤੀ ਗਈ ਹੈ, ਚਾਂਸਸ ਨੇ ਜਾਂ ਫਿਰ ਵਾਰਨਿੰਗਸ ਦੇ ਰਹੇ ਹਾਂ, ਐਂਡ ਅਸੀਂ ਯੂਜ਼ ਕਰਾਂਗੇ if clause ਦੇ ਨਾਲ ਹਮੇਸ਼ਾ ਸਿੰਪਲ ਪ੍ਰੈਜ਼ੈਂਟ ਯੂਜ਼ ਕਰਾਂਗੇ, ਐਂਡ ਰਿਜ਼ਲਟ ਔਰ ਮੇਨ clause ਦੇ ਨਾਲ ਅਸੀਂ ਹਮੇਸ਼ਾ ਸਿੰਪਲ ਫਿਊਚਰ ਯੂਜ਼ ਕਰਾਂਗੇ। ਅਪਾਰਟ ਫਰੋਮ ਇਟ ਇਫ ਐਂਡ ਨਾਟ ਨੂੰ ਅਗਰ ਰਿਪਲੇਸ ਕਰਨਾ ਹੋਵੇ ਤੁਸੀਂ unless ਦਾ ਯੂਜ਼ ਕਰ ਸਕਦੇ ਹੋ, ਤੁਸੀਂ ਇਹਨਾਂ ਨੂੰ ਵਾਈਸ ਵਰਸਾ ਵੀ ਯੂਜ਼ ਕਰ ਸਕਦੇ ਹੋ। ਲਾਈਕ if clause ਪਹਿਲਾਂ ਯੂਜ਼ ਕਰ ਰਿਹਾ, ਰਿਜ਼ਲਟ ਐਂਡ ਦੇ ਵਿੱਚ ਆ ਗਿਆ, ਫਿਰ ਵਿੱਚ ਕੌਮਾ ਆਏਗਾ। ਅਗਰ ਤੁਸੀਂ ਰਿਜ਼ਲਟ clause ਪਹਿਲਾਂ ਯੂਜ਼ ਕਰ ਰਹੇ ਹੋ, if clause ਬਾਅਦ ਚ ਯੂਜ਼ ਕਰ ਰਹੇ ਹੋ ਤਾਂ ਕੌਮਾ ਨਹੀਂ ਆਏਗਾ। ਐਂਡ ਲਾਸਟ ਥਿੰਗ ਇਜ਼ ਤੁਸੀਂ ਮॉडल्स ਯੂਜ਼ ਕਰ ਸਕਦੇ ਹੋ ਜਿੱਥੇ ਸੈਂਸ ਬਣ ਰਹੀ ਹੈ, ਲਾਈਕ ਤੁਸੀਂ will ਨੂੰ ਰਿਪਲੇਸ ਕਰ ਸਕਦੇ ਹੋ with can, might or should। So I hope it is clear, and if you have any doubts feel free to contact me. Thank you so much. Bye bye, take care.